ਨੰਗਲ ਸ਼ਹਿਰ ਦੇ ਵਿੱਚ ਬ੍ਰਾਹਮਣ ਸਮਾਜ ਦੀਆਂ 3 ਇਕਾਈਆਂ ਵੱਲੋਂ ਵੱਖਰੇ ਤੌਰ ਤੇ ਹਰ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਦੀ ਜਯੰਤੀ ਦੇ ਵੱਖ-ਵੱਖ ਸਮਾਗਮ ਕੀਤੇ ਜਾਂਦੇ ਸਨ, ਪਰ ਹੁਣ ਇਹਨਾਂ ਤਿੰਨਾਂ ਸੰਸਥਾਵਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮਨਾਉਣ ਦਾ ਫੈਸਲਾ ਲਿਆ ਹੈ, ਜਿਸ ਨੂੰ ਲੈ ਕੇ ਸਮੁੱਚੇ ਬ੍ਰਾਹਮਣ ਸਮਾਜ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਬ੍ਰਾਹਮਣ ਸਮਾਜ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰਾਂ ਨੇ ਸੁਧੀਰ ਸ਼ਰਮਾ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ, ਜਿਸ ਤੋਂ ਬਾਅਦ ਸਮੁੱਚੀ ਇਕਾਈਆਂ ਨੇ ਇਕੱਠੇ ਹੋ ਕੇ ਇੱਕ ਮੰਚ ਤੇ ਇਸ ਜਯੰਤੀ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਜਿਸ ਨੂੰ ਲੈ ਕੇ ਆਉਣ ਵਾਲੀ 17 ਤਰੀਕ ਨੂੰ ਸ਼੍ਰੀ ਹਨੂਮਾਨ ਮੰਦਿਰ ਤੋਂ ਇੱਕ ਭव्य ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ 22 ਤਰੀਕ ਨੂੰ ਨੰਗਲ ਦੇ ਲక్ష్ਮੀ ਨਾਰਾਇਣ ਮੰਦਿਰ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਮਨਾਈ ਜਾਵੇਗੀ ਤੇ ਇਸ ਤੋਂ ਬਾਅਦ 30 ਤਰੀਕ ਨੂੰ MP ਦੀ ਕੋਠੀ ਦੇ ਲਾਗੇ ਬਾਬਾ ਧੂੜਾ ਮੰਦਿਰ ਵਿਖੇ ਵੀ ਸ਼੍ਰੀ ਪਰਸ਼ੂਰਾਮ ਜਯੰਤੀ ਮੌਕੇ ਇੱਕ ਸਮਾਗਮ ਕੀਤਾ ਜਾਵੇਗਾ। ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੇ ਮੌਕੇ ਉੱਤੇ ਕੀਤੇ ਜਾਣ ਵਾਲੇ ਸਮਾਗਮਾਂ ਸੰਬੰਧੀ ਗੱਲਬਾਤ ਕਰਦਿਆਂ ਇੱਕ ਮੰਚ ਤੇ ਇਕੱਠੇ ਹੋਏ ਬ੍ਰਾਹਮਣ ਸਮਾਜ ਦੇ ਵੱਖ-ਵੱਖ ਅਹੁਦੇਦਾਰਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਅਲੱਗ-ਅਲੱਗ ਤਰ੍ਹਾਂ ਦਾ ਪ੍ਰੋਗਰਾਮ ਜਿਹੜੇ ਹੈ ਉਹ ਅਸੀਂ ਆਯੋਜਨ ਕਰ ਰਹੇ ਸੀਗੇ, ਜਿਵੇਂ ਕਿ ਸਾਡਾ ਇੱਕ ਗਰੁੱਪ ਸ਼ੋਭਾ ਯਾਤਰਾ ਕੱਢ ਰਿਹਾ ਸੀਗਾ, ਇੱਕ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਆਪਣਾ ਪ੍ਰੋਗਰਾਮ ਕਰਦਾ ਸੀਗਾ। ਬੇਸ਼ੱਕ ਅਸੀਂ ਦੋਨੋਂ ਦੇ ਵਿੱਚ ਸ਼ਾਮਲ ਹੁੰਦੇ ਸੀਗੇ, ਉਸ ਪ੍ਰੋਗਰਾਮ ਦੇ ਵਿੱਚ ਵੀ ਉਸ ਪ੍ਰੋਗਰਾਮ ਦੇ ਵਿੱਚ ਵੀ, ਲੇਕਿਨ ਜਿਹੜਾ ਬ੍ਰਾਹਮਣ ਸਮੁਦਾਇ ਆ ਉਹਨਾਂ ਦੀ ਆਵਾਜ਼ ਸੀਗੀ ਕਿ ਸਾਨੂੰ ਇਕਜੁੱਟ ਹੋ ਕੇ ਜਿਹੜਾ ਹੈ ਉਹ ਕੰਮ ਕਰਨਾ ਚਾਹੀਦਾ, ਜਿਸ ਕਾਰਨ ਮੈਂ ਵੀ ਇਹ ਮਹਿਸੂਸ ਕੀਤਾ ਕਿ ਸਾਨੂੰ ਇੱਕ ਹੋ ਕੇ ਕੰਮ ਕਰਨਾ ਚਾਹੀਦਾ। ਮੈਂ ਬੇਨਤੀ ਕੀਤੀ ਰਮਨ ਸ਼ਰਮਾ ਜੀ ਅੱਗੇ, ਕਾਲੀਆ ਜੀ ਅੱਗੇ, ਮਦਨ ਗੋਪਾਲ ਜੀ ਅੱਗੇ, ਉਮਾਕਾਂਤ ਅੱਗੇ ਕਿ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਸ਼ਿਵ ਮੰਦਿਰ ਦੇ ਵਿੱਚ ਇਹਨਾਂ ਨੂੰ ਬੁਲਾਇਆ। ਸਭ ਤੋਂ ਮੁਬਾਰਕ ਵਾਲੀ ਗੱਲ ਇਹ ਸੀਗੀ ਕਿ ਇਹ ਬੜੇ ਪੋਜ਼ਿਟਿਵ ਐਟੀਟਿਊਡ ਨਾਲ ਆਏ, ਚਾਰੋਂ ਹੀ ਬੜੇ ਪੋਜ਼ਿਟਿਵ ਐਟੀਟਿਊਡ ਨਾਲ ਆਏ ਔਰ ਇਹਨਾਂ ਨੇ ਇਹ ਸੋਚਿਆ ਹੀ ਸੀਗਾ ਕਿ ਅਸੀਂ ਇਕੱਠੇ ਹੋਈਏ ਤੇ ਜੋ ਵੀ ਇਹਨਾਂ ਨੂੰ ਕਿਹਾ ਇਹਨਾਂ ਨੇ ਸਿਰ ਮੱਥੇ ਖਿੜੇ ਮੱਥੇ ਜਿਹੜਾ ਉਹ ਸਵੀਕਾਰ ਕੀਤਾ। ਤੇ ਮੈਂ ਰਮਨ ਸ਼ਰਮਾ ਜੀ ਨੂੰ ਵੀ ਇੱਥੇ ਵਧਾਈ ਦਿੰਦਾ ਹੈ ਕਿ ਜਦੋਂ ਸਾਡਾ ਨਾਮ ਰੱਖਣ ਦੀ ਵਾਰੀ ਆਈ ਤੇ ਇਹਨਾਂ ਨੇ ਆਪ ਪਹਿਲ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਆਪਣਾ ਨਾਮ ਛੱਡਦੇ ਹਾਂ, ਜਿਹੜੀ ਅਸੀਂ ਰੱਖਿਆ ਹੈ, ਜਿਹੜੀ ਪੁਰਾਣਾ ਨਾਮ ਹੈ ਉਹੀ ਚੱਲੂਗਾ। ਸੋ ਇਸ ਲਈ ਰਮਨ ਸ਼ਰਮਾ ਜੀ ਵੀ ਵਧਾਈ ਦੇ ਪਾਤਰ ਹੈ। ਸੋ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਇਹ ਚਾਰੋਂ ਹੀ ਬੜੇ ਪੋਜ਼ਿਟਿਵ ਐਟੀਟਿਊਡ ਨਾਲ ਆਏ ਤੇ ਉਸ ਨਾਲ ਉਸ ਦਾ ਕੀ ਸਿੱਟਾ ਨਿਕਲਿਆ ਕਿ ਜੋ ਕਿਹਾ ਉਹ ਮੰਨ ਗਏ। ਤੇ ਉਸ ਤੋਂ ਬਾਅਦ ਗੱਲ ਆਈ ਕਿ ਹੁਣ ਕਿਸ ਤਰ੍ਹਾਂ ਪ੍ਰੋਗਰਾਮ ਦਾ ਆਯੋਜਨ ਕਰੀਏ। ਫਿਰ ਵਿਚਾਰ ਵਿਮਰਸ਼ ਤੋਂ ਬਾਅਦ ਅਸੀਂ ਇਹੀ ਕੀਤਾ ਕਿ ਫਿਲਹਾਲ 4 ਮੈਂਬਰੀ ਕਮੇਟੀ ਬਣਾਤੀ ਜਾਵੇ, ਕਿਉਂਕਿ ਪ੍ਰੋਗਰਾਮ ਸਾਰੇ ਆਪਣਾ ਉਲੀਕ ਚੁੱਕੇ ਸੀਗੇ ਕਿ ਕਿਹੜਾ ਪ੍ਰੋਗਰਾਮ ਬਣਾਉਣਾ ਹੈ ਤੇ ਸ਼ਹਿਰ ਦੇ ਵਿੱਚ ਉਹਦਾ ਪ੍ਰਚਾਰ ਵੀ ਹੋ ਚੁੱਕਿਆ ਸੀਗਾ ਤੇ ਅਸੀਂ 4 ਮੈਂਬਰੀ ਕਮੇਟੀ ਬਣਾਈ। ਪ੍ਰੋਗਰਾਮ ਉਸੇ ਤਰ੍ਹਾਂ ਦੇ ਨਾਲ ਹੋਣਗੇ ਜਿਸ ਤਰ੍ਹਾਂ ਪਹਿਲਾਂ ਹੁੰਦੇ ਆ, ਜਿਸ ਤਰ੍ਹਾਂ 17 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ, 22 ਤਰੀਕ ਨੂੰ ਮੇਨ ਫੰਕਸ਼ਨ ਜਿਹੜਾ ਪਰਸ਼ੂਰਾਮ ਜੀ ਦਾ ਜਨਮ ਮਹੋਤਸਵ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਹਵਨ ਭੰਡਾਰਾ ਵਗੈਰਾ ਕਰਕੇ ਕਰਦੇ ਆ ਤੇ ਉਸ ਤੋਂ ਬਾਅਦ ਬਾਬਾ ਧੂਣਾ ਮੰਦਿਰ ਦੇ ਵਿੱਚ 30 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਉਹ 4 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦੇ ਵਿੱਚ ਰਮਨ ਸ਼ਰਮਾ ਜੀ, ਮਦਨ ਗੋਪਾਲ ਜੀ, ਮਹੇਸ਼ ਕਾਲੀਆ ਜੀ ਤੇ ਉਮਾਕਾਂਤ ਜੀ। ਇਹਨਾਂ ਚਾਰਾਂ ਨੇ ਜੋ ਵੀ ਬੈਠ ਕੇ ਫੈਸਲਾ ਲੈਣਾ ਉਹ ਸਾਰੇ ਬ੍ਰਾਹਮਣ ਸਮਾਜ ਨੂੰ, ਸਾਰੇ ਹੀ ਜਿੰਨੇ ਵੀ ਸਾਡੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਮੰਨ ਲਿਆ ਹੋਵੇਗਾ। ਸੋ ਇਹ ਚਾਰੋਂ ਹੀ ਵਧਾਈ ਦੇ ਪਾਤਰ ਹੈ। ਮੈਂ ਬਾਰ-ਬਾਰ ਇਹੀ ਕਹਿ ਰਿਹਾ ਕਿ ਇਹ ਸਾਡਾ ਇੱਕ ਮੰਚ ਦੇ ਉੱਤੇ ਅਸੀਂ ਜਿਹੜੇ ਇਕੱਠੇ ਹੋਏ ਆ ਉਹ ਇਸੇ ਕਰਕੇ ਹੋਏ ਆ ਕਿ ਇਹਨਾਂ ਦਾ ਇਸ ਦੇ ਪ੍ਰਤੀ ਪੋਜ਼ਿਟਿਵ ਐਟੀਟਿਊਡ ਸੀਗਾ। ਇਹਨਾਂ ਨੇ ਬਿਲਕੁਲ ਵੀ ਸਵਾਰਥ ਨਹੀਂ ਰੱਖਿਆ, ਨਿਸਵਾਰਥ ਭਾਵ ਨਾਲ ਬ੍ਰਾਹਮਣ ਸਮੁਦਾਇ ਦੇ ਵਿਕਾਸ ਦੇ ਲਈ ਇਹਨਾਂ ਨੇ ਅੱਗੇ ਆ ਕੇ ਇਕਜੁੱਟਤਾ ਦਿਖਾਈ। ਅੱਜ ਬਹੁਤ ਭਾਗਾਂ ਵਾਲਾ ਦਿਨ ਹੈ, ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਨੰਗਲ ਸ਼ਹਿਰ ਵਾਸਤੇ ਕਿ ਅੱਜ 3 ਬ੍ਰਾਹਮਣ ਸਭਾ ਸਾਰੇ ਸ਼ਹਿਰ ਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆने वाला भगवान परशुराम जयंती 22 तरीक की भगवान परशुराम जयंती है ਉਹਦਾ प्रोग्राम करेंगे। 3.5 प्रोग्राम है जी। 17 तरीक ਨੂੰ भव्य शोभा यात्रा हनुमान मंदिर तो निकलेगी। उस तो बाद 22 तरीक ਨੂੰ ਸਾਡਾ अगला प्रोग्राम ਸਾਡਾ ਹੈਗਾ ਜੀ ਜਿਹੜਾ लक्ष्मी नारायण मंदिर ਕੀਤਾ ਜਾਊਗਾ। 30 तरीक ਨੂੰ ਸਾਡਾ प्रोग्राम है ਉਹ ਬਾਬਾ ਧੂਣੇ ਵਾਲਾ ਮੰਦਿਰ ਕੀਤਾ ਜਾਊਗਾ। ਤੇ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਸਾਰੇ ਬ੍ਰਾਹਮਣ ਇੱਕ ਪਲੇਟਫਾਰਮ ਤੇ ਅੱਜ ਨੰਗਲ ਦੇ ਖੜੇ ਹੋ ਗਏ ਤੇ ਸਭ ਦੇ ਵਾਸਤੇ ਐਗਜ਼ਾਮਪਲ ਹੈ। ਤੇ ਆਪਾਂ ਮੈਂ ਹੱਥ ਜੋੜ ਕੇ ਸਾਰੀ ਸਮਾਜਿਕ ਹੋਰ ਵੀ ਜਿੰਨੀ ਸੰਸਥਾਵਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਡੇ ਜਿਹੜਾ ਭਗਵਾਨ ਪਰਸ਼ੁਰਾਮ ਜੀ ਜਯੰਤੀ ਦਾ ਪ੍ਰੋਗਰਾਮ ਹੈ ਇਸ ਵੱਧ ਚੜ ਕੇ ਹਿੱਸਾ ਲੈਣ। ਧੰਨਵਾਦ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਸੀ ਮਤਲਬ ਅੱਜ ਇੱਕ ਬ੍ਰਾਹਮਣ ਸਮਾਜ ਦੇ ਲਈ ਕਹਿ ਸਕਦੇ ਆਪਾਂ ਬਹੁਤ ਹੀ ਮਤਲਬ ਭਾਗਾਂ ਵਾਲਾ ਦਿਨ ਹੈ। ਅੱਜ ਭਗਵਾਨ ਪਰਸ਼ੁਰਾਮ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਸਾਡੇ ਤੇ, ਸਾਰਿਆਂ ਨੂੰ ਸਦਬੁੱਧੀ ਦਿੱਤੀ
ਵੀ ਅੱਜ ਜਿਹੜੀ ਆ ਬ੍ਰਾਹਮਣ ਸਮਾਜ ਹੈ ਜਿਹੜਾ ਅੱਜ ਇੱਕ ਮੰਚ ਦੇ ਉੱਤੇ ਮਤਲਬ ਅੱਜ ਇਕੱਤਰਿਤ ਹੋਇਆ। ਜਿਸ ਤਰ੍ਹਾਂ ਆਪਣੇ ਪਹਿਲੇ 3 ਸਭਾ ਸੀ, ਅੱਜ 3 ਦੀ ਸਭਾ ਦਾ ਇੱਕ ਸਭਾ ਦੇ ਵਿੱਚ ਆਪਾਂ ਗਠਨ ਕਰਤਾ ਵੀ 4 ਮੈਂਬਰੀ ਜਿਹੜੀ ਅਸੀਂ ਇਸ ਵਾਰੀ ਕਮੇਟੀ ਬਣਾਈ ਹੈ, ਜਿਹਦੇ ਵਿੱਚ ਮਤਲਬ ਮਹੇਸ਼ ਕਾਲੀਆ ਜੀ, ਉਮਾਕਾਂਤ ਸ਼ਰਮਾ ਜੀ, ਉਸ ਤੋਂ ਇਲਾਵਾ ਮਦਨ ਮੱਦੀ ਜੀ ਤੇ ਰਮਨ ਸ਼ਰਮਾ, 4 ਮੈਂਬਰੀ ਕਮੇਟੀ ਬਣਾਈ ਹੈ। 3 ਪ੍ਰੋਗਰਾਮ ਸਾਡੇ ਜੋ ਕਿ ਪਹਿਲਾਂ ਤੋਂ ਅਸੀਂ ਉਲੀਕੇ ਹੋਏ ਸੀ। ਸ਼ੋਭਾ ਯਾਤਰਾ ਜੋ ਕਿ ਹੈ 17 ਅਪ੍ਰੈਲ ਨੂੰ ਕੱਢੀ ਜਾਏਗੀ, ਸਾਰੇ ਮਤਲਬ ਇਕੱਠੇ ਹੋ ਕੇ ਆਪਾਂ ਕੱਢਾਂਗੇ ਪੂਰਾ ਬ੍ਰਾਹਮਣ ਸਮਾਜ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ 22 ਅਪ੍ਰੈਲ ਨੂੰ ਲక్ష్ਮੀ ਨਾਰਾਇਣ ਮੰਦਿਰ ਜੋ ਭੰਡਾਰੇ ਕੀਤਾ ਜਾਂਦਾ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤਾ ਜਾਊਗਾ। ਤੇ 30 ਅਪ੍ਰੈਲ ਨੂੰ ਜੋ ਹੈ ਉਮਾਕਾਂਤ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਗੇ ਜਿਸ ਤਰ੍ਹਾਂ ਧੂਣੇ ਵਾਲੇ ਮੰਦਿਰ ਪ੍ਰੋਗਰਾਮ ਹੁੰਦਾ ਸੀ, ਉਹ 3 ਪ੍ਰੋਗਰਾਮ ਐਜ਼ ਇਟ ਇਜ਼ ਕੀਤੇ ਜਾਣਗੇ। ਬਾਕੀ ਮੈਂ ਇਸ ਤੁਹਾਡੇ ਚੈਨਲ ਦੇ ਰਾਹੀਂ ਆਪਣੀ 3 ਸੰਸਥਾਵਾਂ ਦੇ ਮੈਂਬਰਾਂ ਨੂੰ, ਅਹੁਦੇਦਾਰਾਂ ਦਾ ਮੈਂ ਸਹਿ ਦਿਲ ਤੋਂ ਧੰਨਵਾਦੀ ਹਾਂ। ਸ਼੍ਰੀ ਬ੍ਰਾਹਮਣ ਸਭਾ ਨੰਗਲ ਦੇ ਜੋ ਸਾਡੀ ਸਭਾ ਸੀਗੀ, ਨੰਦ ਕਿਸ਼ੋਰ ਜੀ ਹੋਏ, ਚਾਹੇ ਨੀਰਜ ਜੋਸ਼ੀ ਜੀ ਹੈ, ਅਵਿਨਾਸ਼ ਸ਼ਰਮਾ ਜੀ ਹੈ, ਰਾਮ ਕੁਮਾਰ ਸਹੋੜ ਜੀ ਹੈ, ਉਸ ਤੋਂ ਇਲਾਵਾ ਕਿਆ ਨਾਮ ਰਮਨ ਸ਼ਰਮਾ ਜੀ, ਰਜਨੀਸ਼ ਜੀ, ਜਿੰਨੇ ਵੀ ਸਾਡੇ ਸਾਥੀ थे, ਜਦ ਸੁਧੀਰ ਜੀ ਨੇ ਇਹ ਗੱਲ ਰੱਖੀ ਕਿ ਆਪਾਂ 3 ਸੰਸਥਾਵਾਂ ਮਤਲਬ ਜਿਹੜੀਆਂ ਬ੍ਰਾਹਮਣ ਸਮਾਜ ਦੀਆਂ ਇਕੱਤਰਿਤ ਕਰਨੀਆਂ, ਤਾਂ ਮੇਰੇ ਸਾਰੇ ਸਾਥੀਆਂ ਨੇ ਇੱਕੇ ਗੱਲ ਮਗਾਈ ਵੀ ਪ੍ਰਧਾਨ ਜੀ ਜਿਹੜੀ ਗੱਲ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਤੇ ਫੁੱਲ ਚੜਾਉਂਦੇ। ਸੋ ਸਾਰਿਆਂ ਨੇ ਮਤਲਬ ਅੱਜ ਤੱਕ ਬਹੁਤ ਸਾਥ ਦਿੱਤਾ। ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਕਿਸੇ ਗੱਲ ਦੇ ਉੱਤੇ ਇਹਨਾਂ ਨੇ ਕਿਸੇ ਤੇ ਕਿੰਤੂ ਪਰੰਤੂ ਨਹੀਂ ਕੀਤੀ। ਜਿਸ ਤਰ੍ਹਾਂ ਸੁਧੀਰ ਜੀ ਨੇ ਜਾਂ ਰਾਮ ਕੁਮਾਰ ਸਹੋੜ ਜੀ ਨੇ ਸਾਨੂੰ ਚਾਨਣਾ ਪਾਇਆ ਸੀ, ਅਸੀਂ ਉਸ ਹਿਸਾਬ ਦੇ ਨਾਲ ਸਾਡੇ ਸਾਰੇ ਮੈਂਬਰਾਂ ਨੇ ਉਸ ਨੂੰ ਮਤਲਬ ਸਰਬਸੰਮਤੀ ਨਾਲ ਮੰਨਿਆ। ਇਸੇ ਤਰ੍ਹਾਂ ਮਹੇਸ਼ ਕਾਲੀਆ ਜੀ ਨੇ, ਮਦਨ ਜੀ ਨੇ ਆਪਣੇ ਬਿਹਾਵ ਤੇ ਸਾਰੇ ਮੈਂਬਰਾਂ ਨੇ ਇਹਨਾਂ ਦੀ ਗੱਲ ਦੇ ਉੱਤੇ ਮਤਲਬ ਫੁੱਲ ਚੜਾਏ। ਇਸ ਤਰ੍ਹਾਂ ਉਮਾਕਾਂਤ ਜੀ ਨੇ, ਜਿਹੜਾ ਕਿ ਅੱਜ ਇੱਕ ਇਤਿਹਾਸ ਮੈਂ ਕਹਿ ਸਕਦਾ ਬਣਿਆ ਹੈ। ਤੁਸੀਂ ਦੇਖੋਗੇ ਜਿਹੜੀ 17 ਅਪ੍ਰੈਲ ਨੂੰ ਸ਼ੋਭਾ ਯਾਤਰਾ ਜਾਂ 22 ਅਪ੍ਰੈਲ ਦਾ ਪ੍ਰੋਗਰਾਮ ਜਾਂ 30 ਅਪ੍ਰੈਲ ਦਾ ਪ੍ਰੋਗਰਾਮ ਇੱਕ ਇਤਿਹਾਸ ਰਚਿਆ ਜਾਏਗਾ। ਔਰ ਸਾਰੇ ਜਿਹੜਾ ਸਾਡੀ ਅੱਜ ਦੀ ਮੀਟਿੰਗ ਦੀ ਚਰਚਾ ਪੂਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਚਰਚਾ ਹੈ ਕਿ ਅੱਜ ਬ੍ਰਾਹਮਣ ਸਮਾਜ ਜੋ ਕੰਮ ਤਾਂ ਪਹਿਲਾਂ ਵੀ ਕਰਦਾ ਸੀ, ਅੱਜ ਇੱਕ ਮੰਚ ਦੇ ਉੱਤੇ ਸੰਗਠਿਤ ਹੋ ਕੇ ਇਹ ਭਗਵਾਨ ਪਰਸ਼ੂਰਾਮ ਜੀ ਦਾ ਹੀ ਆਸ਼ੀਰਵਾਦ ਹੈ। ਉਹਨਾਂ ਨੇ ਜਿਹੜੀ ਸਾਨੂੰ ਸਾਰਿਆਂ ਨੂੰ ਸਦਬੁੱਧੀ ਦਿੱਤੀ। ਸਾਰਿਆਂ ਨੇ ਅਸੀਂ ਆਪਣੇ ਨੇ ਈਗੋ ਮਾਰੀ, ਹਰ ਬੰਦੇ 'ਚ ਈਗੋ ਹੁੰਦੀ, ਮੇਰੇ 'ਚ ਵੀ ਸੀ, ਉਮਾਕਾਂਤ ਜੀ ਦੇ ਵਿੱਚ ਵੀ ਹੋ ਸਕਦੀ, ਉਸ ਤੋਂ ਇਲਾਵਾ ਮਹੇਸ਼ ਕਾਲੀਆ, ਮਦਨ ਜੀ, ਸਭ ਦੇ ਵਿੱਚ ਈਗੋ ਹੁੰਦੀ। ਪਰ ਉਹਨਾਂ ਨੇ ਸਦਬੁੱਧੀ ਸਾਨੂੰ ਬਖਸ਼ੀ ਕਿ ਜਿਹੜਾ ਹੈਗਾ ਵੀ ਅਸੀਂ ਇੱਕ ਮੰਚ ਦੇ ਉੱਤੇ ਜਿਹੜਾ ਇਕੱਠੇ ਹੋਏ। ਜਿਹੜਾ ਮੇਨ ਰੋਲ ਅਦਾ ਕੀਤਾ ਹੈ ਉਹ ਆਪਣਾ ਸੁਧੀਰ ਸ਼ਰਮਾ ਜੀ ਨੇ, ਰਾਮ ਕੁਮਾਰ ਸਹੋੜ ਜੀ ਵੀ ਜ਼ੋਰ ਲਾਉਂਦੇ ਰਹੇ। ਇੱਛਾ ਮਨ ਦੀ ਸਭ ਦੀ ਸੀ, ਇਨੀਸ਼ੀਏਟਿਵ ਲੈਣੇ ਵਾਲਾ ਕੋਈ ਇੱਕ ਹੁੰਦਾ। ਸੋ ਅਸੀਂ ਇਹਨਾਂ ਦੀ ਸੁਧੀਰ ਜੀ ਦੀ ਗੱਲ ਤੇ ਇਹਨਾਂ ਸਾਰਿਆਂ ਦੀ ਗੱਲ ਦੇ ਉੱਤੇ ਆਪਾਂ ਜਿਹੜੇ ਫੁੱਲ ਚੜਾਏ। ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਬਹੁਤ ਬਹੁਤ ਮੁਬਾਰਕਾਂ ਤੁਸੀਂ ਇਕੱਠੇ ਹੋਏ ਸਾਰੇ। ਪਰ ਇੱਕ ਚੀਜ਼ ਦੱਸੋ ਕਿ 3 ਸੰਸਥਾਵਾਂ ਇਕੱਠੀਆਂ ਹੋਈਆਂ ਨੇ, ਹਾਂਜੀ, ਤੇ ਬੜੇ ਲੰਬੇ ਸਮੇਂ ਬਾਅਦ ਇਕੱਠੀਆਂ ਹੋਈਆਂ। ਬਿਲਕੁਲ। ਜਿਹੜਾ ਹੁਣ ਅਗਲੇ 3 ਪ੍ਰੋਗਰਾਮ ਹੈ, ਹਾਂਜੀ, ਉਹ ਤਿੰਨੋਂ ਇੱਕੋ ਬੈਨਰ ਥੱਲੇ ਹੋਣਗੇ? ਇੱਕ ਬੈਨਰ ਥੱਲੇ ਸਰ, ਜਾਂ ਉਸ ਬੈਨਰ ਦੇ ਬਾਅਦ ਅਗਲੇ ਆਪਣੇ ਆਪਣੇ ਬੈਨਰ ਵੀ ਲੱਗ ਜਾਣਗੇ? ਕੋਈ ਬੈਨਰ ਨਹੀਂ ਲੱਗੇਗਾ ਸਰ, ਬ੍ਰਾਹਮਣ ਸਮਾਜ ਦੇ ਬੈਨਰ ਹੇਠ ਹੋਣਗੇ। ਇੱਕ ਜਿਸ ਤਰ੍ਹਾਂ ਸੁਧੀਰ ਜੀ ਨੇ ਦੱਸਿਆ, ਜੋ ਸਭ ਤੋਂ ਪੁਰਾਣੀ ਆਪਣੀ ਸਭਾ ਚੱਲਦੀ ਆਈ, ਆਪਾਂ ਸਾਰੇ ਉਸ ਬੈਨਰ ਥੱਲੇ ਜਿਹੜਾ ਵੀ ਉਸ ਤੋਂ ਬਾਅਦ ਇਜਲਾਸ ਹੋਏਗਾ ਸਰਬਸੰਮਤੀ ਨਾਲ ਪ੍ਰਧਾਨ ਚੁਣਾਂਗੇ। ਕੋਈ ਸਾਡਾ ਇਲੈਕਸ਼ਨ ਨਹੀਂ ਹੋਏਗਾ। ਜਿਸ ਬੰਦੇ ਦੇ ਉੱਤੇ ਵੀ ਸਾਰੇ ਸਹਿਮਤੀ ਦੇਣਗੇ ਮਤਲਬ ਉਹ ਸਭਾ ਦੇ ਵਿੱਚ ਕੰਮ ਕਰੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਮ ਵੱਡੀ ਹੋਈ। ਹੁੰਦਾ ਕੀ ਹੈ, ਤੁਸੀਂ ਦੇਖਦੇ ਹੋ ਕਿ ਕੋਈ ਵੀ ਸੰਸਥਾ ਹੁੰਦੀ 5-7 ਬੰਦੇ ਐਕਟਿਵ ਜ਼ਿਆਦਾ ਹੁੰਦੇ, ਬਾਕੀ ਹੁਣ ਤੁਸੀਂ ਇਹ ਦੇਖੋ ਜਦ 3 ਸੰਸਥਾਵਾਂ ਇਕੱਠੀਆਂ ਹੋਣ, ਘੱਟੋ ਘੱਟ ਸਾਡੇ 21 ਬੰਦੇ ਇੱਦਾਂ ਦੇ ਹੋਣਗੇ, ਉਹ ਸਾਰੇ ਆਪਣੇ ਆਪਣੇ ਫੀਲਡ ਦੇ ਵਿੱਚ ਮਾਸਟਰ ਹੈ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਦਿਸੇਗਾ ਕਿ ਜੇ ਬ੍ਰਾਹਮਣ ਸਮਾਜ ਸੰਗਠਿਤ ਹੋਇਆ, ਜੇ ਬ੍ਰਾਹਮਣ ਸਮਾਜ ਸੇਧ ਦਿੰਦਾ ਆ ਤਾਂ ਇੱਕ ਮਿਸਾਲ ਪੇਸ਼ ਕੀਤੀ ਜਾਏਗੀ। ਬ੍ਰਾਹਮਣ ਸਮਾਜ ਜਿਸ ਤਰ੍ਹਾਂ ਸੇਧ ਦਿੰਦਾ ਰਿਹਾ, ਉਹ ਸੇਧ ਦਵਾਏ ਇੱਕ ਮਤਲਬ ਇਕੱਤਰਾ ਦੀ। ਔਰ ਦੂਸਰੀ ਗੱਲ, ਜਿਹੜੀ ਵੀ ਸਾਡੀ ਸ਼ੋਭਾ ਯਾਤਰਾ ਹੈ, ਸਾਰੀਆਂ ਹੀ ਧਾਰਮਿਕ ਸੰਸਥਾਵਾਂ, ਸਾਰੀਆਂ ਸਮਾਜਿਕ ਸੰਸਥਾਵਾਂ, ਸਾਰੇ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਚੱਲਾਂਗੇ। ਸਾਡੇ 'ਚ ਕੋਈ ਵਿਤਕਰਾ ਨਹੀਂ। ਭਗਵਾਨ ਸਭ ਦੇ ਇੱਕ ਹੈ। ਭਗਵਾਨ ਪਰਸ਼ੂਰਾਮ ਜੀ, ਠੀਕ ਹੈ, ਅਸੀਂ ਜਿਹੜਾ ਆਯੋਜਨ ਕਰ ਰਹੀ ਹੈ ਬ੍ਰਾਹਮਣ ਸਭਾ ਕਰ ਰਹੀ ਹੈ, ਪਰ ਅਸੀਂ ਸਾਰੇ ਨਾਲ ਲੈ ਕੇ, ਚਾਹੇ ਕੋਈ ਵਾਲਮੀਕੀ ਸਭਾ, ਚਾਹੇ ਖੱਤਰੀ ਸਭਾ, ਸਾਰੇ ਸਮਾਜ ਨੂੰ ਆਪਾਂ ਇਕੱਤਰਿਤ ਕਰਕੇ, ਕਿਉਂਕਿ ਸਾਡਾ ਜਿਹੜਾ ਮੋਟਿਵ ਹੈਗਾ ਭਾਈਚਾਰਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਮਹੇਸ਼ ਜੀ, ਪੰਜਾਬ ਦੀਆਂ 2 ਬ੍ਰਾਹਮਣ ਸਭਾ ਦੀ ਇਕਾਈਆਂ ਨੰਗਲ ਦੀਆਂ, ਦੋਵਾਂ ਦਾ ਸਮਾਵੇਸ਼ ਨੰਗਲ ਦੀ ਸਭ ਤੋਂ ਪੁਰਾਣੀ ਬ੍ਰਾਹਮਣ ਸਭਾ ਕਿਉਂ? ਪਹਿਲਾਂ ਤਾਂ ਸਭ ਤੋਂ ਵੱਡੀ ਗੱਲ, ਅੱਜ ਬਹੁਤ ਖੁਸ਼ੀ ਦਾ ਦਿਨ ਹੈ, ਬਹੁਤ ਵਧਾਈ ਦਾ ਦਿਨ ਹੈ। ਭਗਵਾਨ ਪਰਸ਼ੂਰਾਮ ਜੀ ਦੀ ਕਿਰਪਾ ਹੋਈ ਹੈ ਬ੍ਰਾਹਮਣ ਸਮਾਜ ਦੇ ਉੱਪਰ। ਮੈਂ ਨਹੀਂ ਕਹਾਂਗਾ 3 ਇੱਕ ਹੋਈਆਂ, ਬ੍ਰਾਹਮਣ ਸਮਾਜ ਸਾਰਾ ਇੱਕ ਹੋਇਆ। ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕੁਝ ਵੀ ਕਰਦੇ ਸੀ, ਲੇਕਿਨ ਬ੍ਰਾਹਮਣ ਸਮਾਜ ਦੇ ਉਥਾਨ ਦਾ, ਵਿਸਤਾਰ ਦਾ, ਵਿਕਾਸ ਦਾ ਕੰਮ ਕਰਦੇ ਸੀ। ਔਰ ਬ੍ਰਾਹਮਣ ਸਮਾਜ ਜਿਹੜਾ ਉਹ ਮਿਲ ਕੇ ਸਮਾਜ ਦੇ ਵਿਕਾਸ ਦਾ ਕੰਮ ਕਰ ਰਿਹਾ ਸੀ, ਮਾਨਵਤਾ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਸੀ। ਸੋ ਅੱਜ ਬਹੁਤ ਵਧਾਈ ਦਾ ਦਿਨ ਹੈ ਕਿ ਬ੍ਰਾਹਮਣ ਸਭਾ ਪੰਜਾਬ, ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨੰਗਲ ਔਰ ਬ੍ਰਾਹਮਣ ਇਕਾਈ
ਪੰਜਾਬ ਨੇ ਜਿਹੜੀ ਹੈ ਸਾਰੇ ਸਾਡੇ ਵਿੱਚ ਇਕੱਠੇ ਹੋ ਕੇ ਆਪਾਂ ਮਿਲ ਕੇ ਬ੍ਰਾਹਮਣ ਸਮਾਜ ਦਾ ਕੰਮ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਔਰ ਇਹਦੇ ਲਈ ਮੈਂ ਸਪੈਸ਼ਲ ਜਿਹਨਾਂ ਕਹ ਲਓ ਵਧਾਈ ਦੇ ਪਾਤਰ ਨੇ ਸ਼੍ਰੀ ਸੁਧੀਰ ਸ਼ਰਮਾ ਜੀ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ। ਔਰ ਇੱਕ ਪਲੇਟਫਾਰਮ ਤੇ ਲਿਆ ਕੇ ਬੈਠ ਕੇ ਜਦੋਂ ਗੱਲ ਹੋਈ, ਇਹ 'ਚ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਸਾਫ਼ ਮਨ ਦੇ ਨਾਲ ਆਏ ਸੀ। ਭਗਵਾਨ ਪਰਸ਼ੂਰਾਮ ਜੀ ਦਾ ਸਾਰਿਆਂ ਤੇ ਇੰਨਾ ਕੁ ਆਸ਼ੀਰਵਾਦ ਸੀ, ਸਰਸਵਤੀ ਮਾਤਾ ਸਾਰਿਆਂ ਦੀ ਜ਼ੁਬਾਨ ਤੇ ਸੀ ਕਿ ਜਿਹਨੇ ਵੀ ਜੋ ਕੁਝ ਇੱਕ ਦੂਜੇ ਨੂੰ ਕਿਹਾ ਸਾਰਿਆਂ ਨੇ ਸਿਰ ਮੱਥੇ ਤੇ ਸਵੀਕਾਰ ਕੀਤਾ। ਕੋਈ ਵੱਡੇ ਕੋਈ ਡਿਫਰੈਂਸ ਸੀਗਾ ਹੀ ਨਹੀਂ। ਮੈਂ ਤਾਂ ਇਹ ਦੇਖਦਾ ਕਿ ਸ਼ਾਇਦ ਸਾਰੇ ਮੌਕਾ ਲੱਭ ਰਹੇ ਸੀ ਕਿ ਸਾਰੇ ਕਿਸੇ ਤਰ੍ਹਾਂ ਸਾਨੂੰ ਇਕੱਠੇ ਬਿਠਾਉਣ ਤਾਂ ਸਹੀ ਕੋਈ। ਸੋ ਮੌਕਾ ਮਿਲਿਆ, ਸੁਧੀਰ ਜੀ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਬਿਠਾਇਆ। ਉੱਥੇ 10 ਮਿੰਟ ਦੀ ਸਾਡੀ ਸਿਰਫ ਚਰਚਾ ਹੋਈ, ਉਹ ਸਾਰਾ ਬ੍ਰਾਹਮਣ ਸਮਾਜ ਇੱਕ ਹੋ ਗਿਆ। ਕੁਝ ਇੱਕ ਦੋ ਗੱਲਾਂ ਸੀਗੀਆਂ, ਇਹ ਸੀਗਾ ਕਿ ਜੇ 3 ਕਾਰਿਆਕਰਮ 4 ਹੁੰਦੇ ਆ ਨੰਗਲ ਸ਼ਹਿਰ ਦੇ ਵਿੱਚ, ਉਹ ਸਾਰੇ ਇਵੇਂ ਹੀ ਚੱਲਦੇ ਰਹਿਣ। ਹਰੇਕ ਦਾ ਇਹੀ ਇੱਕ ਮਤ ਸੀ। ਰਮਨ ਸ਼ਰਮਾ ਜੀ ਨੇ ਕਿਹਾ ਕਿ ਸਾਡਾ ਜਿਹੜੀ ਆਪਾਂ ਸ਼ੁਭ ਯਾਤਰਾ ਕੱਢਦੇ ਆ ਬੰਦ ਨਹੀਂ ਹੋਣੀ ਚਾਹੀਦੀ। ਮੈਂ ਉਹਨਾਂ ਨੂੰ ਇੱਕੋ ਹੀ ਵਿਸ਼ਵਾਸ ਦਿਲਾਇਆ ਕਿ ਬੰਦ ਕੁਝ ਨਹੀਂ ਹੋਏਗਾ, ਸਮਾਜ ਤੋਂ ਜੋ ਕੁਝ ਵੀ ਬ੍ਰਾਹਮਣ ਸਮਾਜ ਦੇ ਵਾਧੇ ਲਈ ਆਪਾਂ ਕਰ ਸਕਦੇ ਹੋਏ ਉਹ ਜ਼ਰੂਰ ਕਰਾਂਗੇ। ਸੋ ਇਹ ਸਾਰਿਆਂ ਨੂੰ ਆਪਾਂ ਵਧਾਈ ਦਿੰਦੇ ਆ। ਔਰ ਨੰਗਲ ਦੇ ਸਾਰੇ ਲੋਕਾਂ ਨੂੰ ਵੀ ਮੈਂ ਵਧਾਈ ਦਿੰਦਾ ਕਿ ਬ੍ਰਾਹਮਣ ਸਮਾਜ ਇੱਕ ਹੋਇਆ ਹੈ। ਠੀਕ ਹੈ, ਪਰਸ਼ੂਰਾਮ ਜਯੰਤੀ ਮਨਾਉਣ ਦਾ ਸ਼੍ਰੇਅ ਸਮਝੋ ਬ੍ਰਾਹਮਣ ਸਮਾਜ ਨੂੰ ਜਾਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਸ਼ੂਰਾਮ ਜੀ ਸਿਰਫ ਬ੍ਰਾਹਮਣਾਂ ਦੇ ਹੀ ਗੁਰੂ ਸੀ ਜਾਂ ਇਸ਼ਟ ਸੀਗੇ। ਪਰਸ਼ੂਰਾਮ ਜੀ ਸਾਰਿਆਂ ਲਈ ਹੈ। ਜਿਵੇਂ ਵਾਲਮੀਕ ਜਯੰਤੀ ਆਪਾਂ ਮਨਾਉਂਦੇ ਆ, ਵਾਲਮੀਕ ਜਯੰਤੀ ਮਨਾਉਣ ਲਈ ਵਾਲਮੀਕ ਸਮਾਜ ਅੱਗੇ ਆਂਦਾ, ਲੇਕਿਨ ਸਾਰੀ ਦੁਨੀਆ ਸਾਰੀ ਮਾਨਵਤਾ ਉਹਨਾਂ ਦੇ ਨਾਲ ਚੱਲਦੀ ਹੈ। ਰਵਿਦਾਸ ਜਯੰਤੀ ਹੈ, ਰਵਿਦਾਸ ਜੀ ਦੇ ਭਗਤ ਮਨਾਉਂਦੇ ਨੇ, ਲੇਕਿਨ ਸਾਰਾ ਸਮਾਜ ਉਹਨਾਂ ਦੇ ਨਾਲ ਚੱਲਦਾ ਹੈ। ਇਸੇ ਤਰ੍ਹਾਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਜਿਹੜਾ ਜ਼ਰੂਰ ਬ੍ਰਾਹਮਣ ਸਮਾਜ ਮਨਾਉਂਦਾ ਹੈ, ਲੇਕਿਨ ਉਹ ਇਕੱਲੇ ਬ੍ਰਾਹਮਣਾਂ ਲਈ ਨਹੀਂ ਹੈ, ਸਾਰੀ ਮਾਨਵਤਾ ਲਈ ਹੈ, ਸਾਰੇ ਸਮਾਜ ਲਈ ਹੈ, ਸਾਰੇ ਧਰਮਾਂ ਲਈ ਹੈ। ਸੋ ਸਾਰੇ ਇਕੱਠੇ ਹੋ ਕੇ ਆਪਾਂ ਅੱਗੇ ਵਧੀਏ। ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਆ ਰਹੀ ਹੈ 22 ਤਰੀਕ ਨੂੰ। ਮੇਨ ਜਿਹੜਾ ਉਤਸਵ ਹੁੰਦਾ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਹਵਨ ਯੱਗ ਹੋਗਾ, ਆਪਣਾ ਉੱਥੇ ਭੰਡਾਰਾ ਹੋਏਗਾ, ਮੈਂਬਰਸ਼ਿਪ ਹੋਏਗੀ, ਉਹ ਸਾਰਾ ਕਾਰਿਆਕਰਮ ਉਸੇ ਤਰ੍ਹਾਂ ਚੱਲੇਗਾ। 17 ਤਰੀਕ ਨੂੰ ਨੰਗਲ ਦੇ ਵਿੱਚ ਭਵਯ ਸ਼ੋਭਾ ਯਾਤਰਾ ਬ੍ਰਾਹਮਣ ਸਮਾਜ ਵੱਲੋਂ ਕੱਢੀ ਜਾਏਗੀ। ਸਾਰੇ ਮਿਲ ਜੁਲ ਕੇ ਇਸ ਵਿੱਚ ਸ਼ਾਮਲ ਹੋਵੋ। ਆਮ ਲੋਕਾਂ ਨੂੰ ਵੀ, ਸ਼ਹਿਰ ਵਾਸੀਆਂ ਨੂੰ ਵੀ ਮੇਰਾ ਨਿਵੇਦਨ ਹੈ ਬ੍ਰਾਹਮਣ ਸਭਾ ਵੱਲੋਂ ਕਿ ਸਾਰੇ ਇਸ ਵਿੱਚ ਸ਼ਾਮਲ ਹੋਵੋ ਔਰ ਹੁਮ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ। ਉਸ ਤੋਂ ਇਲਾਵਾ ਜਿਹੜੇ ਪਰਸ਼ੂਰਾਮ ਜਯੰਤੀ ਹੈ, ਇਹਦੇ ਕਾਰਿਆਕਰਮ ਲਗਭਗ ਮਹੀਨਾ ਭਰ ਚੱਲਦੇ ਰਹਿੰਦੇ ਨੇ। ਉਸੇ ਕੜੀ ਦੇ ਵਿੱਚ 30 ਤਰੀਕ ਨੂੰ ਬਾਬਾ ਧੂਣਾ ਮੰਦਿਰ MP ਦੀ ਕੋਠੀ, ਉੱਥੇ ਵੀ ਕਾਰਿਆਕਰਮ ਹੋਏਗਾ, ਭੰਡਾਰਾ ਹੋਏਗਾ, ਕੀਰਤਨ ਹੋਏਗਾ। ਆਪਾਂ ਸਾਰਿਆਂ ਨੇ ਮਿਲ ਜੁਲ ਕੇ ਸਾਰੇ ਕਾਰਿਆਕਰਮਾਂ ਨੂੰ ਸਿਰੇ ਚੜਾਉਣਾ, ਇਹਨਾਂ ਦੀ ਸ਼ੋਭਾ ਨੂੰ ਵਧਾਉਣਾ ਔਰ ਭਗਵਾਨ ਪਰਸ਼ੂਰਾਮ ਜੀ ਤੋਂ ਸਾਰਿਆਂ ਨੇ ਆਸ਼ੀਰਵਾਦ ਲੈਣਾ। ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਧੰਨਵਾਦ ਕਰਦਾ ਸ਼੍ਰੀ ਰਮਨ ਸ਼ਰਮਾ ਜੀ ਦਾ, ਧੰਨਵਾਦ ਕਰਦਾ ਸ਼੍ਰੀ ਉਮਾਕਾਂਤ ਸ਼ਰਮਾ ਜੀ ਦਾ, ਧੰਨਵਾਦ ਕਰਦਾ ਸ਼੍ਰੀ ਮਦਨ ਕਪਾਲ ਸ਼ਰਮਾ ਜੀ ਦਾ, ਸਭ ਤੋਂ ਵੱਧ ਧੰਨਵਾਦ ਕਰਦਾ ਸ਼੍ਰੀ ਸੁਧੀਰ ਸ਼ਰਮਾ ਜੀ ਦਾ, ਜਿਨ੍ਹਾਂ ਸਾਰਿਆਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਲਿਆਂਦਾ ਔਰ ਅੱਜ ਬ੍ਰਾਹਮਣ ਸਮਾਜ ਸੰਗਠਨ ਹੋ ਕੇ ਸਮਾਜ ਦੀ ਸੇਵਾ ਕਰਨ ਲਈ ਤਿਆਰ ਹੈ। ਠੀਕ ਹੈ ਜੀ। ਉਮਾਕਾਂਤ ਜੀ, ਤੁਸੀਂ ਇੱਕ ਬ੍ਰਾਹਮਣ ਸਭਾ ਨੂੰ ਜ਼ਿਲ੍ਹੇ ਦੀ ਰਿਪਰੈਜ਼ੈਂਟ ਕਰਦੇ ਸੀ, ਅੱਜ ਨੰਗਲ ਵਿੱਚ 3 ਬ੍ਰਾਹਮਣ ਸਭਾ ਇਕੱਠੀਆਂ ਹੋਈਆਂ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇਲੈਕਟ੍ਰੋਨਿਕ ਮੀਡੀਆ ਦਾ ਤਹਿ ਦਿਲੋਂ ਧੰਨਵਾਦ। ਭਗਵਾਨ ਪਰਸ਼ੂਰਾਮ ਜੀ ਦੇ ਸਾਰੇ ਇਕੱਤਰਿਤ ਹੋਏ ਬ੍ਰਾਹਮਣ ਬੰਧੂਆਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਅੱਜ ਗੱਲ ਕੀਤੀ ਸੁਧੀਰ ਜੀ ਕਿ ਬ੍ਰਾਹਮਣ ਸਭਾ ਦੋਨੋਂ ਇਕੱਠੀਆਂ ਹੋ ਗਈਆਂ। ਇਹ ਇੱਕ ਸਾਡੇ ਨੰਗਲ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਪਿਛਲੇ 8 ਸਾਲ ਤੋਂ ਰਮਨ ਜੀ ਜਿਹੜੇ ਹੈ ਭਗਵਾਨ ਪਰਸ਼ੂਰਾਮ ਜੀ ਦੀ ਜਿਹੜੀ ਸ਼ੋਭਾ ਯਾਤਰਾ ਕੱਢਦੇ ਸੀਗੇ। ਉਸ ਤੋਂ ਪਹਿਲਾਂ ਵੀ ਜਿਹੜੀ ਹੈ ਚਾਹੇ ਕਾਲੀਆ ਜੀ ਸੀਗੇ, ਉਸ ਤੋਂ ਬਾਅਦ ਬਲਰਾਮ ਜੀ ਸੀਗੇ, ਸਾਡੇ ਮਦਨ ਜੀ ਸੀਗੇ, ਕਿ ਪਿਛਲੇ 20-25 ਸਾਲ ਤੋਂ ਜਿਹੜਾ ਹੈ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਸੀਗੇ। ਉਸ ਦੇ ਨਾਲ ਹੀ ਜਿਹੜਾ ਤੁਸੀਂ ਜ਼ਿਲ੍ਹੇ ਦੀ ਗੱਲ ਕੀਤੀ ਹੈ ਕਿ ਬਾਬਾ ਧੂਣਾ ਮੰਦਿਰ ਦੇ ਵਿੱਚ ਵੀ ਮਦਨ ਗੋਪਾਲ ਜੀ ਦੀ ਰਹਿਨੁਮਾਈ ਦੇ ਵਿੱਚ ਅਸੀਂ ਜਿਹੜਾ ਬਾਬਾ ਧੂਣਾ ਮੰਦਿਰ ਦੇ ਵਿੱਚ ਵੀ ਭਗਵਾਨ ਪਰਸ਼ੂਰਾਮ ਜੀ ਦਾ ਜਿਹੜਾ ਜਨਮ ਉਤਸਵ ਬੜੇ ਧੂਮਧਾਮ ਦੇ ਨਾਲ ਮਨਾਉਂਦੇ ਸੀਗੇ। ਤੇ ਜਿਹੜਾ ਅਸੀਂ ਸਾਰਿਆਂ ਨੇ ਹੀ ਇੱਕ ਉਪਰਾਲਾ ਕੀਤਾ, ਜਿਸ ਦੇ ਵਿੱਚ ਜਿਹੜੀ ਕਮਾਂਡ ਹੈ ਸਾਡੀ ਸੁਧੀਰ ਸ਼ਰਮਾ ਜੀ ਔਰ ਉਸ ਤੋਂ ਬਾਅਦ ਕਾਲੀਆ ਜੀ, ਮਦਨ ਗੋਪਾਲ ਜੀ, ਆਪਣੇ ਰਮਨ ਜੀ ਹੈ, ਆਪਾਂ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਕਿ ਕਿਉਂ ਨਾ ਆਪਾਂ ਇਕੱਠੇ ਹੋ ਕੇ, ਕਿਉਂਕਿ ਐਗਜ਼ਾਮਪਲ ਦੇਖੋ ਕਿਸੇ ਤੋਂ ਵੀ ਕੋਈ ਚੀਜ਼ ਸਿੱਖਣੀ ਹੋਵੇ, ਅੱਜ ਨੰਗਲ ਦੇ ਵਿੱਚ ਚਾਹੇ ਉਹ ਰਵਿਦਾਸ ਜਯੰਤੀ ਹੋਵੇ, ਚਾਹੇ ਵਾਲਮੀਕ ਜਯੰਤੀ ਹੋਵੇ, ਕਿਉਂਕਿ ਉਸ ਦੇ ਵਿੱਚ ਵੀ ਅਸੀਂ ਜਿਹੜੀ ਸ਼ਿਰਕਤ ਕਰਦੇ ਆ, ਲੇਕਿਨ ਅਸੀਂ ਲੋਕ ਇਹ ਤਾਂ ਹੈ ਕਿ ਅਸੀਂ ਪੜ੍ਹੇ ਲਿਖੇ ਲੋਕ ਹੈ, ਲੇਕਿਨ ਅਸੀਂ ਉਹਨਾਂ ਦੇ ਅਟੈਂਡ ਕਰਦੇ ਸੀਗੇ ਔਰ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਜਾਂਦੇ ਸੀਗੇ। ਇਸ ਗੱਲ ਦਾ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ 10 ਤਰੀਕ ਨੂੰ ਸ਼ਿਵ ਮੰਦਿਰ ਵਿੱਚ ਇਕੱਠੇ ਹੋਏ ਔਰ ਜੋ ਸੁਧੀਰ ਜੀ ਨੇ ਸਾਡੇ ਕੋਲੋਂ ਗੱਲ ਪੁੱਛੀ ਅਸੀਂ ਉਸ ਨੂੰ ਸਿਰ ਮੱਥੇ ਦੇ ਜਿਹੜਾ ਮੰਨਿਆ ਔਰ ਸਾਰੇ ਚਾਰੋਂ ਹੀ ਜਿਹੜੇ ਗੱਲਾਂ ਜਿਹੜੀਆਂ ਉਹ ਕਰਕੇ, ਔਰ ਮੈਂ ਦੁਬਾਰਾ ਜਿਹੜਾ 17 ਤਰੀਕ ਨੂੰ ਹਨੂਮਾਨ ਮੰਦਿਰ ਪੁਰਾਣਾ ਗੁਰਦੁਆਰਾ ਤੋਂ 4 ਵਜੇ ਜਿਹੜੀ ਹੈ ਭਗਵਾਨ ਪਰਸ਼ੂਰਾਮ ਜੀ ਦੀ ਸ਼ੋਭਾ ਯਾਤਰਾ ਧੂਮਧਾਮ ਦੇ ਨਾਲ ਸਾਰੇ ਹੀ ਸਮਾਜਾਂ ਨੂੰ ਜਿਹਦੇ ਉਹ ਪਹੁੰਚਣ ਔਰ ਬੜੀ ਧੂਮਧਾਮ ਦੇ ਨਾਲ ਇੱਥੇ ਆਉਣ ਤੇ ਅਸੀਂ ਜਿਹੜਾ ਹੈ ਰਲ ਮਿਲ ਕੇ ਭਗਵਾਨ ਪਰਸ਼ੂਰਾਮ ਜੀ ਸ਼ੋਭਾ ਯਾਤਰਾ ਨੂੰ ਚਲਾ ਸਕੀਏ।
ਕਮਲਕਾਂਤ ਜੀ, ਤੁਸੀਂ ਪੰਜਾਬ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਹੋ, ਪਰ ਅੱਜ ਵੀ ਪੰਜਾਬ 'ਚ ਦੋ ਬ੍ਰਾਹਮਣ ਸਭਾ ਚੱਲ ਸਕਦੀ ਹੈ। ਕਿਆ ਤੁਹਾਡੀ ਵੱਲੋਂ ਜਿਹੜੀ ਇਹ ਸ਼ੁਰੂਆਤ ਕੀਤੀ ਕਿ ਉੱਥੇ ਨਹੀਂ ਜਾਊਗੀ? ਦੇਖੋ ਸੁਧੀਰ ਜੀ, ਕੋਈ ਵੀ ਗੱਲ ਹੈ ਉਹ ਘਰ ਤੋਂ ਹੀ ਚੱਲਦੀ ਹੈ। ਜੇ ਅਸੀਂ ਘਰ ਦੇ ਵਿੱਚ ਇਕੱਠੇ ਹੋ ਗਏ, ਜਦੋਂ ਕਿਉਂਕਿ ਯੂਨਿਟੀ ਵਿੱਚ ਹੀ ਸਭ ਕੁਝ ਹੈ। ਜਦੋਂ ਨੰਗਲ ਅਨੰਦਪੁਰ ਸਾਹਿਬ ਉਹ ਕੰਸਟੀਚੁਐਂਸੀ ਹੈ ਜਿੱਥੇ ਬ੍ਰਾਹਮਣ ਦਾ ਗੜ੍ਹ ਹੈ, ਇੱਥੋਂ ਤੋਂ ਹੀ ਬੜਾ ਕੁਝ ਹੋ ਸਕਦਾ ਹੈ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਵੀ ਇਤਵਾਰ ਨੂੰ ਮੇਰੇ ਨਾਲ ਹੀ ਸੀਗੇ ਜਦੋਂ ਪਠਾਨਕੋਟ ਨੇ ਵਾਲਿਆਂ ਨੇ ਗੱਲ ਕੀਤੀ ਸੀ ਕਿ ਅਸੀਂ ਡੇਢ ਮਹੀਨਾ ਭਗਵਾਨ ਪਰਸ਼ੂਰਾਮ ਜੀ ਦਾ ਹਰ ਹਫ਼ਤੇ ਜਿਹੜਾ ਹੈ ਉਹ ਜਨਮ ਉਤਸਵ ਮਨਾਉਂਦੇ ਆ। ਔਰ ਇਸੇ ਤਰ੍ਹਾਂ ਜਿਹੜਾ ਨੰਗਲ ਅਨੰਦਪੁਰ ਸਾਹਿਬ ਬ੍ਰਾਹਮਣ ਬੰਧੂ ਹੈ ਉਹ ਸਾਰਾ ਕੁਝ ਕਰਨਗੇ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੀ ਇਹ ਸਾਰੇ ਰਲ ਕੇ ਇਹ ਐਗਜ਼ਾਮਪਲ ਦੇਵਾਂਗੇ।